ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਥਰਡ ਵੇਵ ਦਾ ਜੋ ਜ਼ਿਕਰ ਹੋਇਆ ਉਸ ਦੇ ਉੱਤੇ ਵੀ ਤੇ ਜਿਹੜੇ ਡਾਕਟਰ ਰਿਜ਼ਾਈਨ ਕਰਕੇ ਗਏ ਨੇ ਉਹਨਾਂ ਦੇ ਉੱਤੇ ਵੀ। ਫਰਸਟ ਸੈਗਮੈਂਟ ਦੇ ਵਿੱਚ ਅਸੀਂ ਡਾਕਟਰ ਜਿਹੜੇ ਰਿਜ਼ਾਈਨ ਕਰਕੇ ਗਏ ਨੇ ਰਾਜੀਵ ਜੈਨ ਉਹਨਾਂ ਤੋਂ ਗੱਲ ਸੁਣੀ ਤੇ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਉਸ ਵਾਲੇ ਪਾਸੇ ਧਿਆਨ ਦੇਵੇਗਾ। ਤੇ ਹੁਣ ਗੱਲ ਥਰਡ ਵੇਵ ਦੀ ਕਿ ਵਾਕਈ ਸਾਨੂੰ ਚਿੰਤਾ ਕਰਨ ਦੀ ਇਸ ਸਮੇਂ ਜ਼ਰੂਰਤ ਹੈ ਥਰਡ ਵੇਵ ਦੀ, ਕਿਉਂਕਿ ਦੂਜੀ ਵੇਵ ਦੇ ਨਾਲ ਅਸੀਂ ਜੂਝ ਰਹੇ ਹਾਂ। ਕਿੰਨੀ ਘਾਤਕ ਹੈ ਇਹ ਵੀ ਸਭ ਦੇ ਸਾਹਮਣੇ ਹੈ ਤੇ ਅਸੀਂ ਇਸ ਦੇ ਵਿਚਾਲੇ ਗੱਲ ਕਰਾਂਗੇ ਕਿ ਵਾਕਈ ਹੀ ਥਰਡ ਵੇਵ ਦੀ ਇਸ ਸਮੇਂ ਚਿੰਤਾ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ। ਸਾਡੇ ਨਾਲ ਡਾਕਟਰ ਬਾਲੀ ਜੁੜੇ ਹੋਏ ਨੇ ਤੇ ਨਾਲ ਹੀ ਸਾਡੇ ਤੋਂ ਡਾਕਟਰ ਮਾਲਤੀ ਥਾਪਰ ਜੁੜੇ ਹੋਏ ਨੇ। ਇਸ ਸੈਗਮੈਂਟ ਦੀ ਸ਼ੁਰੂਆਤ ਡਾਕਟਰ ਬਾਲੀ ਤੋਂ ਆਪਾਂ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ, ਪਹਿਲਾਂ ਹੀ ਸਵਾਲ ਕਿ ਸੈਕੰਡ ਵੇਵ ਥਰਡ ਵੇਵ ਦਾ ਜ਼ਿਕਰ ਹੈ ਕਿ ਵਾਕਈ ਹੀ ਮੌਜੂਦਾ ਸਮਾਂ ਹੈ ਕਿ ਅਸੀਂ ਚਿੰਤਾ ਕਰਨ ਲੱਗ ਜਾਈਏ ਕਿ ਥਰਡ ਵੇਵ ਆਏਗੀ, ਪਤਾ ਨਹੀਂ ਕੈਸੀ ਹੋਏਗੀ। ਥਰਡ ਵੇਵ ਨੂੰ ਲੈ ਕੇ ਅਸੀਂ ਹੁਣੀ ਤੋਂ ਤਿਆਰੀਆਂ ਸ਼ੁਰੂ ਕਰ ਦਈਏ। ਮੌਜੂਦਾ ਸਥਿਤੀ ਕਿਵੇਂ ਦੇਖਦੇ ਹੋ ਤੁਸੀਂ ਸੈਕੰਡ ਵੇਵ ਤੇ ਥਰਡ ਵੇਵ ਦੇ ਵਿਚਾਲੇ? मैं बड़ी सीरियस सिचुएशन देखता कि सेकंड वेव भी अजय पीक नहीं आई और काफी जगह बड़े ज्यादा केस आ रहे हैं और केस मैंने लगता कि अगले 2-3 हफ्ते तक होर वधणगे। मगर सानू प्रिपेयर्ड रहना चाहिए है कि ये अगले कुछ महीने तक नहीं खत्म होने वाली प्रॉब्लम। ये थर्ड वेव उहदे बाद स्मॉल मोर वेव्स विल कीप ऑन कमिंग। वो इस करके है कि वायरस म्यूटेट करेगा, जिस तरह वैक्सीनेशन दे लोग ज्यादा होंगे वायरस भी कोशिश करता है कि वो सर्वाइव करे, इस वास्ते वो म्यूटेट करता रहेगा तो सानू इनू काफी देर इहदा सामना करना पेगा। ये मैं इस वास्ते इंपॉर्टेंट समझना कि असी जब पहली वेव ही सीगे तो सानू लगा कि पहली वेव खत्म होएगी तो सानू कोई इंफ्रास्ट्रक्चर डेवलप करन दी या लॉन्ग टर्म इन्वेस्टमेंट करन दी जरूरत नहीं है। मैं समझदा कि गवर्नमेंट नू ते पब्लिक नू भी ਇਹਨੂੰ ਲੈ ਕੇ ਚੱਲਣਾ ਚਾਹੀਦਾ ਸੌਰੀ ਕਿ ਇਹ ਲੌਂਗ ਟਰਮ ਸਾਡੇ ਨਾਲ ਰਹਿਣ ਵਾਲੀ ਹੈ। ਤਾਂ ਅੱਜ ਦੇ ਦਿਨ ਵੀ ਸਾਨੂੰ ਇਹ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਇਨਫਰਾਸਟ੍ਰਕਚਰ ਬਣਾਉਣ ਦੀ, ICUs ਬਣਾਉਣ ਦੀ, ਜ਼ਿਆਦਾ ਹਸਪੀਟਲ ਬਣਾਉਣ ਦੀ, ਜ਼ਿਆਦਾ ਮੈਨ ਪਾਵਰ ਟ੍ਰੇਨ ਕਰਨ ਦੀ ਤੇ ਇੰਟੈਂਸਿਵ ਕੇਅਰ ਦੇ ਲੋਕਾਂ ਦੀ। ਇਹ ਜਿਹੜੀ ਇਨਫਰਾਸਟ੍ਰਕਚਰ ਦੀ ਗੱਲ ਹੈ। ਦੂਸਰੀ ਜਿਹੜੀ ਸਾਡੀ ਹੈਬਿਟਸ, ਜਿਸ ਤਰੀਕੇ ਨਾਲ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਜੀਂਦੇ ਆ, ਜਿਹੜਾ ਅਸੀਂ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਕਹਿੰਦੇ ਆ, ਉਹਨੂੰ ਸਾਡੇ ਨਾਲ ਇੱਕ ਲਾਈਫ ਦਾ ਇੱਕ ਪਾਰਟ ਬਣਨਾ ਪੜੇਗਾ ਕਾਫੀ ਦੇਰ ਤੱਕ, ਕਾਫੀ ਸਾਲਾਂ ਤੱਕ। ਨਿਊ ਨਾਰਮਲ ਇਜ਼ ਨਾਟ ਗੋਇੰਗ ਟੂ ਬੀ ਦ ਸੇਮ ਨਾਰਮਲ ਜਿਹੜਾ ਅਸੀਂ ਪਿਛਲੇ ਸਾਰੀ ਜ਼ਿੰਦਗੀ ਜਿੰਦੇ ਰਹੇ। ਸਾਨੂੰ ਇਹ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ। ਇਹ ਦੋਨੋਂ ਚੀਜ਼ਾਂ ਜਦ ਇਕੱਠੀਆਂ ਹੋਣਗੀਆਂ, ਉਹ ਸਾਰੇ ਪੋਲੀਟੀਸ਼ੀਅਨਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ, ਸੋਸ਼ਲ ਵਰਕਰਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ, ਆਰਗੇਨਾਈਜੇਸ਼ਨਸ ਨੂੰ ਵੀ ਸਮਝਣ ਦੀ ਜ਼ਰੂਰਤ ਹੈ, ਕਾਮਨ ਮੈਨ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਇਹ ਨਹੀਂ ਹੈ ਕਿ ਅਸੀਂ ਇਸ ਨੂੰ ਚੀਜ਼ ਨੂੰ ਲੰਘ ਲਿਆ ਮਹੀਨੇ ਤੱਕ ਜਾਂ 1.5 ਮਹੀਨੇ ਤੱਕ ਤੇ ਅਸੀਂ ਜਿੱਤ ਗਏ ਤੇ ਅਸੀਂ ਵਾਪਸ ਉਸੇ ਤਰੀਕੇ 'ਚ ਚਲੇ ਜਾਈਏ। ਇਹ ਸਾਡੇ ਨਾਲ ਕਾਫੀ ਦੇਰ ਰਹਿਣ ਵਾਲੀ ਪ੍ਰੋਬਲਮ ਹੈ। ਇਹ ਬਦਲ ਕੇ ਆਏਗੀ, ਮਿਊਟੈਂਟ ਸਟ੍ਰੇਨ ਆਉਂਦੇ ਰਹਿਣਗੇ ਤੇ ਸਾਨੂੰ ਇਸ ਵਾਸਤੇ ਇਨਵੈਸਟ ਕਰਨਾ ਪਏਗਾ ਇੰਫਰਾਸਟ੍ਰਕਚਰ, ਹੈਲਥ ਇੰਫਰਾਸਟ੍ਰਕਚਰ, ਪਬਲਿਕ ਹੈਲਥ ਇੰਫਰਾਸਟ੍ਰਕਚਰ ਵਿੱਚ ਔਰ ਮੈਨ ਪਾਵਰ ਡਿਵੈਲਪਮੈਂਟ ਵਿੱਚ। ਇਹ ਲੌਂਗ ਟਰਮ ਸਾਡੀ ਇਨਵੋਲਵਮੈਂਟ ਹੈ। ਸਰ, ਕਿਵੇਂ ਦੇਖਦੇ ਹੋ ਫਰਸਟ ਵੇਵ ਤੋਂ ਬਾਅਦ ਅਸੀਂ ਉਹ ਸਬਕ ਨਹੀਂ ਲਿਆ ਜੋ ਤੁਸੀਂ ਕਹਿ ਰਹੇ ਹੋ ਕਿ ਜੋ ਇਨਫਰਾ ਦੇ ਵਿੱਚ ਇਨਵੈਸਟਮੈਂਟ ਹੋਣੀ ਚਾਹੀਦੀ ਸੀ ਨਹੀਂ ਹੋਈ? ਬਿਲਕੁਲ ਐਬਸੋਲੂਟਲੀ। ਅਸੀਂ ਸਪੈਨਿਸ਼ ਫਲੂ ਤੋਂ ਔਰ ਸਾਰੇ ਮੈਡੀਕਲ ਐਡਵਾਈਜ਼ਰਸ ਨੇ ਕਿਹਾ ਸੀਗਾ ਕਿ ਸੈਕੰਡ ਵੇਵ ਆਏਗੀ, ਜ਼ਿਆਦਾ ਸਟਰੋਂਗ ਹੋਏਗੀ, ਜ਼ਿਆਦਾ ਇਫੈਕਟਿਵ ਹੋਏਗੀ। ਅਸੀਂ ਉਹਦੇ ਬਾਰੇ ਚ ਕੁਝ ਨਹੀਂ ਸਬਕ ਸਿੱਖੇ। ਇਹ ਮੈਂ ਕਾਮਨ ਮੈਨ ਦੇ ਨਾਤੇ ਵੀ ਕਹਿ ਸਕਦਾ ਕਿ ਸਾਡੇ ਅੱਗੇ ਪਿੱਛੇ ਜਿਹੜੇ ਲੋਕ ਹੈ, ਨਾ ਉਹਨਾਂ ਨੇ ਮਾਸਕ ਨੂੰ ਅਪਣਾਇਆ, ਨਾ ਉਹਨਾਂ ਨੇ ਫਿਜ਼ੀਕਲ ਡਿਸਟੈਂਸ ਅਪਣਾਇਆ, ਨਾ ਉਹਨਾਂ ਨੇ ਬਾਕੀ ਐਪਰੋਪ੍ਰੀਏਟ ਬਿਹੇਵੀਅਰ ਕੀਤਾ। ਤੇ ਉਹਦਾ ਹੀ ਨਤੀਜਾ ਹੈ ਕਿ ਸਾਨੂੰ ਇੰਨੀ ਵੱਡੀ ਮੇਜਰ ਸੈਕੰਡ ਵੇਵ ਦਾ ਦੇਖਣੀ ਪੈ ਰਹੀ ਹੈ। ਮਗਰ ਇੱਕ ਪੋਜ਼ਿਟਿਵ ਸਾਈਨ ਜ਼ਰੂਰ ਹੈ ਕਿ ਅੱਜ ਦੇ ਦਿਨ 'ਚ ਲੋਕਾਂ ਵਿੱਚ ਡਰ ਹੈ ਤੇ ਅਗਰ ਅਸੀਂ ਮਾਰਕੀਟ 'ਚ ਜਾਈਏ ਜਾਂ ਬਾਜ਼ਾਰ ਜਾਈਏ ਜਾਂ ਕਿਸੇ ਆਰਗੇਨਾਈਜੇਸ਼ਨ 'ਚ ਹਸਪੀਟਲ 'ਚ ਦੇਖੀਏ ਤੇ ਜ਼ਿਆਦਾ ਲੋਕ ਮਾਸਕ ਪਹਿਨ ਰਹੇ ਹੈ। ਤੇ ਮੈਨੂੰ ਲੱਗਦਾ ਹੈ ਕਿ ਹੁਣ ਲੋਕ ਜ਼ਿਆਦਾ ਅਵੇਅਰ ਹੋ ਰਹੇ ਹੈ ਕਿ ਇਹੋ ਸਾਡਾ ਡਿਫੈਂਸ ਹੈ। ਔਰ ਉਹ ਸਾਰੇ ਲੋਕ ਜਿਹੜੇ ਵੈਕਸੀਨ ਨੂੰ ਅਪੋਜ਼ ਕਰ ਰਹੇ ਹੈ, ਜਿਹੜੇ ਵੈਕਸੀਨ ਹੈਜ਼ੀਟੈਂਸੀ ਹੈ ਜਾਂ ਨੈਗੇਟਿਵਿਟੀ ਵੈਕਸੀਨੇਸ਼ਨ ਦੇ ਬਾਰੇ ਫੈਲਾਈ ਜਾ ਰਹੀ ਹੈ, ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਜਦ ਤੱਕ ਸਾਰੇ ਲੋਕ 70-75% ਵੈਕਸੀਨੇਟ ਨਹੀਂ ਹੋ ਜਾਣਗੇ ਤਦ ਤੱਕ ਇਸ ਪ੍ਰੋਬਲਮ ਤੇ ਸਾਡਾ ਕਬਜ਼ਾ ਨਹੀਂ ਹੋਏਗਾ। ਇਸ ਕਰਕੇ ਸਾਰਿਆਂ ਨੂੰ ਅੱਗੇ ਆ ਕੇ ਵੈਕਸੀਨੇਟ ਹੋਣਾ ਚਾਹੀਦਾ। ਮੈਂ ਇਹ ਪਹਿਲੇ ਵੀ ਅਪੀਲ ਕੀਤੀ ਹੈ ਕਿ ਜਿਹੜੇ ਸਾਡੇ ਆਈਕਨਸ ਹਨ, ਚਾਹੇ ਉਹ ਸਪੋਰਟਸ ਪਰਸਨ ਹਨ, ਚਾਹੇ ਉਹ ਲੀਡਰਸ ਹਨ, ਸੋਸ਼ਲ ਪਰਸਨੈਲਿਟੀਜ਼ ਹਨ, ਉਹਨਾਂ ਨੂੰ ਅੱਗੇ ਆ ਕੇ ਜਿਸ ਤਰ੍ਹਾਂ ਉਹ ਬਾਕੀ ਚੀਜ਼ਾਂ ਦੀ ਐਡਵਰਟਾਈਜ਼ਮੈਂਟ ਕਰਦੇ ਆ ਪੈਸਾ ਲੈ ਕੇ, ਉਹਨਾਂ ਨੂੰ ਅੱਗੇ ਆ ਕੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਕਿ ਵੈਕਸੀਨੇਸ਼ਨ ਲੈਣਾ ਬੜਾ ਜ਼ਰੂਰੀ ਹੈ ਔਰ ਵੈਕਸੀਨੇਸ਼ਨ ਕਰਾਂਗੇ तभी इसका असी इलाज कर पाएंगे। So third wave will come, smaller force
ਵੇ ਵਿਲ ਕਮ, ਇਹ ਕਾਫੀ ਦੇਰ ਸਾਡੇ ਨਾਲ ਰਹਿਣ ਵਾਲੀ ਹੈ। ਚਲੋ ਤੁਸੀਂ ਇਹ ਵੀ ਪ੍ਰੈਡਿਕਟ ਕਰ ਰਹੇ ਹੋ ਕਿ ਥਰਡ ਵੇਵ ਤੱਕ ਸੀਮਿਤ ਨਹੀਂ ਹੈ, ਫੋਰਥ ਫਿਫਥ ਜਾਂ ਉਸ ਤੋਂ ਬਾਅਦ ਵੀ ਵੇਵਸ ਹੋ ਸਕਦੀਆਂ ਨੇ। ਤੁਸੀਂ ਇਹ ਵੀ ਕਹਿ ਦਿੱਤਾ ਕਿ ਨਿਊ ਨਾਰਮਲ ਸੇਮ ਨਾਰਮਲ ਨਹੀਂ ਹੋਏਗਾ, ਮਤਲਬ ਕਰੋਨਾ ਸਾਡੀ ਲਾਈਫ ਦੇ ਵਿੱਚ ਰਹੇਗਾ, ਇੱਕ ਪਾਰਟ ਦੀ ਤਰ੍ਹਾਂ ਹੋ ਗਿਆ ਕਿ ਅਸੀਂ ਉਸ ਦੇ ਨਾਲ ਦੋ ਚਾਰ ਹੁੰਦੇ ਹੋਏ ਅੱਗੇ ਲਾਈਫ ਆਪਣੀ ਜਿਉਣੀ ਹੈ। ਪਰ ਤੁਸੀਂ ਮਾਸਕ ਵਾਲਾ ਜ਼ਿਕਰ ਕਰ ਰਹੇ ਸੀ ਸਰ ਕਿ ਬਾਜ਼ਾਰਾਂ ਦੇ ਵਿੱਚ ਮਾਰਕੀਟ 'ਚ ਜਾ ਕੇ ਲੋਕ ਮਾਸਕ ਲਗਾ ਰਹੇ ਆ, ਉਸ ਦੀ ਇੱਕ ਵੱਡੀ ਵਜ੍ਹਾ ਚਲਾਨ ਵੀ ਹੈ ਕਿ ਹੁਣ ਜੇ ਬਿਨਾਂ ਮਾਸਕ ਤੋਂ ਘੁੰਮਦੇ ਹੋ ਤਾਂ ਪਤਾ ਨਹੀਂ ਕਦੋਂ ਆ ਕੇ ਪੁਲਿਸ ਨੇ ਕਹਿ ਦੇਣਾ ਕਿ ਤੁਹਾਡਾ ਚਲਾਨ ਹੋ ਰਿਹਾ ਜੀ, ਤੁਸੀਂ ਮਾਸਕ ਨਹੀਂ ਲਗਾਇਆ ਹੋਇਆ। ਖੈਰ ਡਾਕਟਰ ਥਾਪਰ, ਦੇਖੋ ਵੈਕਸੀਨੇਸ਼ਨ ਦਾ ਮੈਮ ਜ਼ਿਕਰ ਹੋ ਰਿਹਾ ਹੈ, ਥਰਡ ਵੇਵ ਦਾ ਜ਼ਿਕਰ ਹੋ ਰਿਹਾ, ਸੁਪਰੀਮ ਕੋਰਟ ਕਹਿ ਰਿਹਾ ਕਿ ਤੁਸੀਂ ਸੋਚੋ, ਸੈਂਟਰ ਗਵਰਨਮੈਂਟ ਨੂੰ ਕਹਿ ਰਿਹਾ ਕਿ ਬੱਚਿਆਂ ਦੀ ਵੈਕਸੀਨੇਸ਼ਨ ਕਿਵੇਂ ਕੀਤੀ ਜਾਵੇ, ਪਰ ਪੰਜਾਬ ਦੇ ਵਿੱਚ ਤਾਂ 18+ ਨਹੀਂ ਹੋ ਰਹੀ ਵੈਕਸੀਨੇਸ਼ਨ। ਜਿਹੜੇ 18 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਉਹ ਤੁਹਾਡੇ ਵੱਲ ਦੇਖ ਰਹੇ ਨੇ, ਸਰਕਾਰ ਵੱਲ ਦੇਖ ਰਹੇ ਨੇ ਕਿ ਕਦੋਂ ਤੁਸੀਂ ਆਰਡਰ ਕੱਢੋਗੇ ਸਾਡੀ ਵੈਕਸੀਨੇਸ਼ਨ ਵਾਸਤੇ। देखो मैं ये गल कहना चाहती हाँ कि थर्ड वेव जिहड़ी है इनएविटेबल है, आनी ही आनी है, और ਉਹਦੇ ਲਈ जे ਅਸੀਂ ਹੁਣੇ ਤੋਂ अपना सारा प्रोग्रामिंग करना शुरू कर दिए, इस ते नाल सैकेंड वेव तो जिहड़ी हुण आई है, और बिल्कुल ठीक है डॉक्टर बाली ने आ तुसी देखना सैकेंड एंड थर्ड वेव वो मई दे विच तुसी देखो इन्हें पीक लेवल ते जाना ही जाना है। ਜਿਹੜੇ ਲੋग अवेयर नहीं सीगे अपने इस कोरोना तो उन्होंने पहला बिल्कुल ख्याल नहीं किया अपना। तुसी देखो हुण वैस्ट बंगाल दी इलैक्शन हुई है, दूजिया स्टेट्स विच इलैक्शन हुई है, साडे पंजाब विच देख लो, कुछ मर्जी देख लीए, आपां जिथे मर्जी देख लीए, लोकां ने मास्क नूं पाना ते वैक्सीनेशन लगाना कोई जरूरी नहीं समझिया। मैं कह रही हूं तुहानू वड्डे तो वड्डा, मैं पढ़िया लिखिया भी कई बंदे देखे जिन्हां ने कहा कि वैक्सीनेशन का कोई असर नहीं। फिर इस नूं अवेयर करवाना लोकां नूं, ये भी साडा एक फर्ज बनदा है कि यह अवेयरनेस असीं लोकां दे विच कहीए कि जिहड़ियां ने वैक्सीनेशन लगा ली, जे उन्हां नूं कोरोना होया है पर वो इन्नी इंटेंसिटी वाला नहीं होया, लोकी उस इंटेंसिटी तो बच गए। एक मैं ये कहना चाहनी है कि जिथे असी थर्ड वेव दी असी कहने हैं कि अनप्रडिक्टेबल है, भी आनी ही आनी है, उस दे नाल नाल ना सानू जेड़ा अपना स्ट्रीमलाइन करन दी लोड़ है सारे सिस्टम नूं, और ये अज तो ही लगना चाहिए, गवर्नमेंट नूं अज तो ही करना चाहिए कि थर्ड वेव नूं कंट्रोल करन लई सानू की जेड़ा हैगा असी स्ट्रीमलाइन करनी चाहिए है। बल्कि मैं तो ये कहांगी कि सब तो पहला जेड़ा साडा नैशनल डाटा है ना जी, ਉਹੀ ਠੀਕ नहीं है, सानू वो भी ठीक करन दी लोड़ है। बीमार जे कोरोना दे पॉजिटिव ਅਸੀਂ ਰਿਪੋर्ट ਕਰਦੇ ਆ 300। ਤੁਸੀਂ ਲੱਗ ਹੀ ਨਹੀਂ ਰਿਹਾ ਕਿ ਅੱਜ ਤੁਸੀਂ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਬੜੀ ਨਿਊਟਰਲ ਜੀ ਗੱਲ ਕਰ ਰਹੇ ਹੋ, ਕਿਉਂਕਿ ਜਿਹੜੇ ਸਵਾਲ ਸਿੱਧੇ ਸਰਕਾਰ ਨੂੰ ਅਸੀਂ ਕਰ ਰਹੇ ਹਾਂ ਉਹ ਤੁਹਾਡੇ ਜ਼ਰੀਏ ਕਰ ਰਹੇ ਹਾਂ ਤੇ ਤੁਸੀਂ ਵੀ ਕਿਤੇ ਨਾ ਕਿਤੇ ਉਹ ਸਵਾਲ ਚੁੱਕ ਰਹੇ ਹੋ। ਮੈਂ ਤਾਂ ਇਹ ਵੀ ਹੈਰਾਨ ਹੈ ਕਿ ਜਿਹੜੀ ਕੋਵਿਡ ਰਿਵਿਊ ਮੀਟਿੰਗ ਹੁੰਦੀ ਹੈ ਤੁਹਾਡੇ ਸੁਝਾਅ ਉਸ ਦੇ ਵਿੱਚ ਲਏ ਜਾਂਦੇ ਨੇ ਜਾਂ ਨਹੀਂ, ਮੈਨੂੰ ਨਹੀਂ ਪਤਾ, पर 100% क्यों नहीं रह रही सरकार, जे नहीं लै रही तो एक बड़ा क्वेश्चन है। पर मैम देखो ये चीज़ां हैगियां ना जिहड़ियां तुसीं न्यूट्रल गल कर रहे हो तो बड़ा वधिया लग रहा है, इस समय जरूरत भी इस तरीके की हैगी है, पर गवर्नमेंट नूं कौन सवाल करे फिर कि जेकर मैं इस विच थोड़ा जिहा तुहाडे नाल डिफर कर रही हां, कह रहे सीगे कि साडे कोल इंफ्रा नहीं हैगा, साल बाद भी आके आपां सेम गल कह रहे हैं कि साडे कोल इंफ्रा नहीं, असीं इन्वेस्ट करिए, असीं वैक्सीन वाल वधीए, फिर लोग कंफ्यूज होंदे ने कि की हो रहा है। 6 महीने बाद मैं तुहाडे नाल कुछ डिफर कर दी जी, मैं थोड़ा जिहा डिफर कर दी प्लीज। देखो पिछली वारी जे इंफ्रा नहीं सी, ऐतकी वारी जेड़ा उस तो ज्यादा तुसी इमेजिन करो कि जिथे डिस्ट्रिक्ट चो असी 100 बैड कोरोना दे रखे सी, हुण इस वक्त हर डिस्ट्रिक्ट दे विच ओ बैडां दी जेड़ी गिनती है 500-600 तो ज्यादा पहुंच चुकी है। जिथे साडे कोल वेंटिलेटर नहीं सी या ऑक्सीजन दा अरेंजमेंट नहीं सी, साडे अपने ही कई हॉस्पिटल दे विच जेड़े कि नवे बने हैं, मैं मोगे जिले दी गल करदी हां, इसे तरह दूसरे जिलियां दे विच भी देखो ऑक्सीजन दा खुद दा प्लांट लगाना, ये भी गवर्नमेंट ने थोड़ा जिहा इस नूं नेसेसरी कीता है। और साफ लफ्जां विच डीसी साहब नाल भी मेरी गल हुई है, वो कहंदे इस लई जो भी परमिशन लैण दी लोड़ है मैनू दसो, मैं लैके दिना है। सो सरकार जिहड़ी है तुसी देखो सीएम साहब ने सब तो पहला जिहड़ी वैक्सीनेशन है वो साडे पंजाब दे विच मैक्सिमम होई। जे उन्होंने जेड़ा कहते कर्फ्यू लगाया या सारा कुछ किया तो सीएम ने साडे सीएम साहब ने सब तो पहला लगाया, हेल्थ मिनिस्टर ने, सारिया ने मिलके। सिर्फ ये है कि आपां नूं इंप्रूवमेंट करन दी लोड़ है। एक मैं तुहानूं होर गल वड्डी दस रही है, ऑक्सीजन बारे ही तुसीं देखो, मैं एक गल ते बड़ी सरप्राइज हुई कि सारे डीसीज नूं
ਉਸ ਦਿਨ ਸਾਡੇ ਮੋਗੇ ਦੇ ਡੀਸੀ ਨੇ ਜਦੋਂ ਅਸੀਂ ਮੀਟਿੰਗ ਕੀਤੀ ਉਹਨਾਂ ਦੇ ਨਾਲ, ਮੈਨੂੰ ਸਾਫ਼ ਦੱਸਿਆ ਕਿ ਤੁਹਾਡੇ ਡਿਸਟ੍ਰਿਕਟ ਦੇ ਵਿੱਚ ਕਿੰਨੀ ਆਕਸੀਜਨ ਚਾਹੀਦੀ ਹੈ, ਇੰਨੀ ਅਸੀਂ ਸਪਲਾਈ ਕਰ ਰਹੇ ਹਾਂ, ਇੰਨੀ ਥੋੜੀ ਜਿਹੀ ਸਾਡੀ ਘੱਟ ਹੈ। ਉਹ ਅਸੀਂ ਉਹਨਾਂ ਨੇ ਉਸੇ ਵੇਲੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿੱਥੇ ਆਕਸੀਜਨ ਸਿਲੰਡਰ ਫਾਲਤੂ ਸੀਗੇ ਜਾਂ ਜ਼ਿਆਦਾ ਸੀਗੇ, ਉਹਨਾਂ ਨੂੰ ਸਾਫ਼ ਲਫ਼ਜ਼ਾਂ ਚ ਕਿਹਾ ਕਿ ਨਹੀਂ, ਯੂ ਹੈਵ ਟੂ ਰਿਜ਼ਰਵ ਯੂਰ ਆਕਸੀਜਨ। ਸੋ ਗਵਰਨਮੈਂਟ ਇਜ਼ ਡੂਇੰਗ ਟੂ ਸੋ ਮਚ ਕਰਦੀ ਹੈ, ਪਰ ਜਿਹੜੀ ਇਹ ਵੇਵ ਹੀ ਹੈ ਨਾ ਜੀ, ਇਹ ਇੰਨੀ ਜ਼ਿਆਦਾ ਇਹ ਵਾਇਰਸ ਕਹਿ ਲੋ ਫੇਟਲ ਸਿੱਧ ਹੋ ਰਿਹਾ ਹੈ ਕਿ ਇਹਦੇ ਲਈ ਸਾਨੂੰ ਜ਼ਿਆਦਾ ਕਰਨਾ ਪਏਗਾ ਕੁਝ। ਮੇਰੀ ਤਾਂ ਜ਼ਿੰਮੇਵਾਰੀ ਹੁੰਦੀ ਹੈ ਕਿ ਮੈਂ ਰੋਜ਼ ਸ਼ਾਮ ਨੂੰ ਪ੍ਰਾਈਮ ਟਾਈਮ ਕਰਾਂ ਤੇ ਪ੍ਰਾਈਮ ਟਾਈਮ ਦੇ ਵਿੱਚ ਇਹ ਸਵਾਲ ਚੁੱਕਦਾ ਵਾਂ ਜੋ ਇਸ ਸਮੇਂ ਲੋਕਾਂ ਦੇ ਚਾਹੇ ਮੈਸੇजेस ਦੇ ਥਰੂ ਮੇਰੇ ਤੱਕ ਪਹੁੰਚ ਰਹੇ ਹੋਣ, ਚਾਹੇ ਮੈਂ ਸੋਸ਼ਲ ਮੀਡੀਆ ਤੇ ਪੜ੍ਹ ਰਿਹਾ ਹੋਵਾਂ ਕਿ ਇਸ ਸਮੇਂ ਲੋਕ ਕੀ ਸੋਚ ਰਹੇ ਨੇ, ਉਹ ਇਹ ਸਵਾਲ ਚੁੱਕਦੇ ਨੇ। ਇਸ ਕਰਕੇ ਇਨਫੈਕਟ ਡਾਕਟਰ ਬਾਲੀ ਬੈਠੇ ਨੇ, ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਕਿਉਂਕਿ ਆਪਾਂ ਬੈੱਡ ਦੇ ਤੱਕ ਸੀਮਿਤ ਰਹਿ ਗਏ, ਸ਼ਾਇਦ ਆਕਸੀਜਨ ਬਾਰੇ ਨਹੀਂ ਸੋਚਿਆ। ਅੰਮ੍ਰਿਤਸਰ ਚ ਦੇਖੋ ਕਿੰਨੇ ਲੋਕਾਂ ਦੀ ਡੈਥ ਹੋ ਗਈ। ਚਲੋ ਮੇਰੇ ਕੋਲ ਪੂਰਾ ਟਾਈਮ ਹੈ, ਮੈਂ ਇੱਕ ਛੋਟਾ ਕਮੈਂਟ ਚਾਹੂੰਗਾ ਡਾਕਟਰ ਬਾਲੀ। ਤਾਂ ਲੱਗਦਾ ਕਿ ਅਸੀਂ ਬਿਲਕੁਲ ਰੈਡੀ ਹਾਂ ਸੈਕੰਡ ਵੇਵ ਦੇ ਪੀਕ ਦੇ ਲਈ ਜੀ। ਲੱਗ ਰਿਹਾ ਕਿ ਡਾਕਟਰ ਬਾਲੀ ਨਾਲ ਇਸ ਸਮੇਂ ਸਾਡਾ ਸੰਪਰਕ ਨਹੀਂ ਹੋ ਪਾ ਰਿਹਾ। ਨਹੀਂ ਡਾਕਟਰ ਥਾਪਰ, ਮੈਂ ਇੱਕ ਹੋਰ ਤੁਹਾਡੇ ਤੋਂ ਕਮੈਂਟ ਚਾਹੂੰਗਾ, ਫਾਈਨਲ ਕਮੈਂਟ ਇਸ ਡਿਬੇਟ ਦੇ ਵਿੱਚ। ਸੈਕੰਡ ਵੇਵ ਥਰਡ ਵੇਵ ਦੇ ਲਈ ਤੁਸੀਂ ਰੈਡੀ ਹੋ, ਸਰਕਾਰ ਰੈਡੀ ਹੈ? ਮੈਂ ਚਾਹ ਰਹੀ ਹਾਂ ਕਿ ਜਿਹੜੀ ਆਪਣੀ ਥਰਡ ਵੇਵ ਆਣੀ ਹੈ ਇਸ ਇਨਐਵਿਟੇਬਲ, ਇਹਦੇ ਲਈ ਸਾਨੂੰ ਨੈਸ਼ਨਲ ਪ੍ਰੋਗਰਾਮ ਬਣਾਣੇ ਪਏਗਾ ਔਰ ਵੈਕਸੀਨੇਸ਼ਨ ਦੇ ਉੱਪਰ ਔਰ ਘਰ ਘਰ ਜਾ ਕੇ ਇਨਸਟੈਡ ਆਫ ਅਸੀਂ ਕਿ ਆਪਣੇ ਸਿਵਲ ਹਸਪੀਟਲ ਦੇ ਵਿੱਚ ਜਾਂ ਕਰੋਨਾ ਸੈਂਟਰਸ ਦੇ ਵਿੱਚ ਅਸੀਂ ਵੈਕਸੀਨੇਸ਼ਨ ਲਗਾਈਏ। ਮੈਂ ਚਾਹਨੀ ਹੈ ਘਰ ਘਰ ਮੁਹਿੰਮ ਹੋਣੀ ਚਾਹੀਦੀ ਵੈਕਸੀਨੇਸ਼ਨ ਦੀ, ਜਿਹੜੇ ਕਿ ਹੈਲਥ ਵਰਕਰ ਕਰ ਸਕਦੇ, ਇਸ ਵਿੱਚ ਕੋਈ ਡਾਕਟਰਸ ਦਾ ਰੋਜ਼ ਨਹੀਂ। ਅਬਾਊਟ देयर ਇੱਕ ਜਿਹੜੀ ਟੀਮ ਬਣੀ ਹੈ ਨਾ, ਜਿਵੇਂ ਬਣਾਈ ਗਈ ਹੈ ਕਾਂਗਰਸ ਪਾਰਟੀ ਨੇ ਟੀਮ, ਕਿ ਉਹਨਾਂ ਕੋਲ ਸਾਰੀ ਬੈੱਡ ਸਟਰੈਂਥ ਹੋਵੇ, ਉਹਨਾਂ ਦੇ ਟੈਲੀਫੋਨ ਨੰਬਰ ਤੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਦੀ ਲੋੜ ਹੈ। ਮੇਰਾ ਖਿਆਲ ਜੇ ਤੁਸੀਂ ਸਾਡਾ ਮੋਗਾ ਸ਼ਹਿਰ ਹੀ ਆ ਕੇ ਦੇਖ ਲਓ, ਜਦੋਂ ਦਾ ਕਾਂਗਰਸ ਪਾਰਟੀ ਨੇ ਆਰਡਰ ਕੀਤਾ ਸਾਡੇ ਨੰਬਰ डिस्प्ले हो रहे हैं कि किसी ਨੂੰ ਵੀ ਇਸ ਬਾਰੇ ਕੋਈ ਵੀ ਪ੍ਰੋਬਲਮ ਹੈ, they can contact us, not that doctors should waste their time on that, you know, ਕਿ ਬੈੱਡ ਕਿੱਥੇ ਦੇਵਾਂ ਜਾਂ ਮੈਂ ਮੈਡੀਸਨ ਕੀ ਦੇਵਾਂ ਜਾਂ ਕੁਝ ਹੋ ਕਰਾਂ। ਸੋ ਇੱਕ ਚੀਜ਼ ਮੈਂ ਤੁਹਾਡੀ ਨੌਲੇਜ 'ਚ ਹੋਰ ਦੱਸਣਾ ਚਾਹਨੀ ਹੈ ਕਿ ਇਹ ਜਿਹੜਾ ਆਪਾਂ ਜੇ ਥਰਡ ਵੇਵ ਨੂੰ ਅਸੀਂ ਕੰਟਰੋਲ ਕਰਨਾ ਹੈ ਨਾ, ਤੇ ਕੱਲੇ ਇਹ ਇੱਕ ਸਟੇਟ ਵਿੱਚ ਨਹੀਂ ਹੋਏਗਾ, ਇਹ ਸਾਨੂੰ ਕਰਨਾ ਪਏਗਾ ਥਰੂ ਆਊਟ ਇੰਡੀਆ। बल्कि मेरी नॉलेज एक गल होर भी आई है कि साडे वेंटिलेटर्स आके एयरपोर्ट ते पए है, अजे उन्होंने छुड़ा के उन्होंने दिल्ली वाली सरकार ने या सेंटर वाली सरकार ने उन्होंने यूज नहीं किया। सानू जिवें वर्ल्ड तो सारी हेल्थ आ रही है, वैक्सीन बारे हेल्थ आ रही है, मेडिसिन बारे आ रही है, ऑक्सीजन की पूरी सप्लाई आ रही है, ये सारियां चीज़ां आपां वी शुड have more from them, you know। जी हर कंट्री साडी सहायता करने ਨੂੰ ਤਿਆਰ ਹੈ। ਸਿਰਫ ਇੱਕ ਇਹੀ ਜ਼ਰੂਰਤ ਹੈ ਕਿ ਲੋਕਾਂ ਦਾ ਸਾਥ ਚਾਹੀਦਾ ਹੈ। ਵਿਚਾਲੇ ਰੋਕ ਰਿਹਾ, ਮੈਂ ਇੱਕ ਬਾਲੀ ਸਾਹਿਬ ਦਾ ਛੋਟਾ ਜਿਹਾ ਸਟੇਟਮੈਂਟ ਲਾਵਾਂਗਾ। ਜੀ ਡਾਕਟਰ ਬਾਲੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਚਲੋ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਮੈਮ ਸ਼ੁਕਰੀਆ, ਬਹੁਤ ਧੰਨਵਾਦ। ਮਾਫੀ ਚਾਹੂੰਗਾ ਕਿ ਮੈंने ਤੁਹਾਨੂੰ ਵਿਚਾਲੇ ਰੋਕਿਆ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਦੇਖੋ ਲੋਕ ਇਹ ਵੀ ਇਸ ਸਮੇਂ ਸਮਝ ਰਹੇ ਨੇ ਕਿ ਜਦੋਂ ਫਰਸਟ ਵੇਵ ਆਈ ਕੋਰੋਨਾ ਦਾ ਪੂਰਾ ਲੋਕਾਂ ਨੂੰ ਪਤਾ ਲੱਗਿਆ, ਸਾਨੂੰ ਸਾਰਿਆਂ ਨੂੰ, ਉਸ ਸਮੇਂ ਅਸੀਂ ਨਹੀਂ ਸੋਚਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਨੂੰ ਤਸਵੀਰ ਦੇਖਣ ਨੂੰ ਮਿਲ ਸਕਦੀ ਹੈ। ਲੋਕੀ ਆਪਣੇ ਘਰਾਂ ਦੇ ਵਿੱਚ ਬੰਦ ਹੋ ਗਏ, ਸੜਕਾਂ ਸੁੰਨੀਆਂ ਹੋ ਗਈਆਂ। ਮੈਂ ਫਰਸਟ ਵੇਵ ਪਿਛਲੇ ਸਾਲ ਦੀ ਗੱਲ ਕਰ ਰਿਹਾ। ਉਸ ਤੋਂ ਬਾਅਦ ਇੱਕ ਤਸਵੀਰ ਆਈ ਕਿ ਜਿਹੜੇ ਪ੍ਰਵਾਸੀ ਨੇ ਉਹ ਪੈਦਲ ਹੀ ਆਪਣੇ ਘਰਾਂ ਵੱਲ 1000 ਕਿਲੋਮੀਟਰ ਪੈਦਲ ਜਾ ਰਹੇ ਨੇ, ਉਹ ਨਹੀਂ ਸੋਚਿਆ ਸੀ ਕਿਸੇ ਨੇ। ਦੂਜੀ ਵੇਵ ਆਈ, ਕਿਸੇ ਦਾ ਧਿਆਨ ਸ਼ਾਇਦ ਬਹੁਤ ਤਰੀਕੇ ਨਾਲ ਨਹੀਂ ਗਿਆ ਹੋਵੇਗਾ ਮੈਡੀਕਲ ਸਟਾਫ ਨੂੰ ਛੱਡ ਕੇ ਕਿ ਆਕਸੀਜਨ ਦੀ ਕਿੱਲਤ ਹੋ ਸਕਦੀ ਹੈ। ਇਹ ਆਮ ਤੌਰ ਤੇ ਨਹੀਂ ਸੁਣਨ ਨੂੰ ਮਿਲਦਾ ਕਿ ਹਸਪਤਾਲ ਦੇ ਵਿੱਚ ਆਕਸੀਜਨ ਮੁੱਕ ਗਈ, ਇਸ ਕਰਕੇ ਲੋਕਾਂ ਦੀ ਡੈਥ ਹੋ ਗਈ। ਖੈਰ ਅਸੀਂ ਉਮੀਦ ਕਰਦੇ ਹਾਂ ਕਿ ਹਰ ਇੱਕ ਐਂਗਲ ਤੋਂ, ਪਰਸਪੈਕਟਿਵ ਤੋਂ ਸਰਕਾਰਾਂ, ਮੈਡੀਕਲ ਸਾਡੇ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ ਜ਼ਰੂਰ ਦੇਖਣ ਕਿ ਜੇ ਥਰਡ ਵੇਵ ਆਏਗੀ ਤਾਂ ਥਰਡ ਵੇਵ 'ਚ ਕੀ ਹੋ ਸਕਦਾ ਹੈ, ਕਿ ਕੋਈ ਅਜਿਹੀ ਗੱਲ ਤਾਂ ਨਹੀਂ ਹੋ ਜਾਏਗੀ ਜਿਸ ਬਾਰੇ ਅਸੀਂ ਸੋਚ ਹੀ ਨਹੀਂ ਰਹੇ। ਅਸੀਂ ਬੈੱਡ ਵਧਾਉਂਦੇ ਰਹੀਏ, ਅਸੀਂ ਆਕਸੀਜਨ ਦੇ ਸਿਲੰਡਰ ਵਧਾਉਂਦੇ ਰਹੀਏ, ਗੱਲ ਕੋਈ ਹੋਰ ਹੋ ਜਾਵੇ। ਖੈਰ ਉਮੀਦ ਕਰਾਂਗੇ ਕਿ ਬਹੁਤ ਪਲੈਨਿੰਗ ਦੇ ਨਾਲ ਅੱਗੇ ਵਧਾਂਗੇ, ਪਰ ਐਂਡ ਦੇ ਵਿੱਚ ਉਹੀ ਗੱਲ ਕਿ ਅਸੀਂ ਜੋ ਆਮ ਲੋਕ ਕਰ ਸਕਦੇ ਨੇ, ਆਪਣਾ ਸੋਸ਼ਲ ਡਿਸਟੈਂਸਿੰਗ ਰੱਖੀਏ, ਮੂੰਹ ਦੇ ਉੱਤੇ ਮਾਸਕ ਰੱਖੀਏ ਤੇ ਨਾਲ ਹੀ ਇਸ ਕਰੋਨਾ ਦੇ ਖਿਲਾਫ ਇਕਜੁੱਟ ਹੋ ਕੇ ਡਟੇ ਰਹੀਏ। ਇਜਾਜ਼ਤ ਦਿਓ।